ਔਜ਼बिल्लाहिमिनश्शैतानिर्रजीम बिस्मिल्लाहिर्रहमानिर्रहीम। मैं ਤੁਹਾਡਾ ਵੀਰ ਤੁਹਾਡਾ ਵੀਰਾ ਅਯੂਬ ਸਾਬਰ ਜਨੂਨ ਪਾਕਿਸਤਾਨ ਦੇ ਨਾਲ ਔਰ ਮੈਂ ਇਸ ਵਕਤ ਮੌਜੂਦ ਹਾਂ ਉਜਰਾ ਸ਼ਾਮ ਕੀਮ ਦੇ ਵਿੱਚ ਤੇ ਮੇਰੇ ਨਾਲ ਇੱਕ ਖਾਜਾ ਸਰਾ ਮੌਜੂਦ ਹੈ। ਅਸੀਂ ਇਹਨਾਂ ਦੇ ਮਸਾਇਲ ਇਹਨਾਂ ਦੀਆਂ ਪਰੇਸ਼ਾਨੀਆਂ ਉਹਨਾਂ ਦੇ ਗੱਲਬਾਤ ਕਰਨੇ ਆ ਤੇ अस्सलाम वालेकुम। ਵਾਲੇਕੁਮ ਸਲਾਮ। ਅੱਛਾ ਮੈਨੂੰ ਪਹਿਲੇ ਇਹ ਦੱਸੋ ਤੁਹਾਡਾ ਨਾਂ ਕੀ ਹੈ? ਆਰਜ਼ੂ। ਅੱਛਾ ਇਹ ਤੁਹਾਡਾ ਮਤਲਬ ਸ਼ਨਾਖਤੀ ਕਾਰਡ ਦਾ ਨਾਂ ਹੈ ਜਾਂ ਮਤਲਬ ਇਸ ਫੀਲਡ ਤੇ ਆਉਣ ਤੋਂ ਬਾਅਦ ਤੁਹਾਡਾ ਕੋਈ ਸਪੈਸ਼ਲ ਨਾਂ ਕਿਸੇ ਗੁਰੂ ਨੇ ਰੱਖਿਆ? ਇਸ ਫੀਲਡ ਆਉਣ ਤੋਂ ਬਾਅਦ ਇਹ ਨਾਂ ਰੱਖਿਆ ਗੁਰੂ ਨੇ। ਅੱਛਾ ਗੁਰੂ ਨੇ ਰੱਖਿਆ। ਹਾਂ। ਅੱਛਾ ਮੈਨੂੰ ਇਹ ਦੱਸੋ ਵੀ ਇਹ ਜਿਹੜਾ ਗੁਰੂ ਤੁਹਾਡਾ ਬੰਦਾ ਹੈ ਜਾਂ ਇੱਕ ਉਸਤਾਦ ਹੁੰਦਾ ਹੈ, ਇਹ ਤੁਸੀਂ ਇਹਦਾ ਕੀ ਤਰੀਕੇਕਾਰ ਹੈ, ਕਿਵੇਂ ਤੁਸੀਂ ਆਪਣਾ ਉਹਨੂੰ ਇੱਕ ਗੁਰੂ ਬਣਾਉਂਦੇ ਹੋ ਜਾਂ ਆਪਣਾ ਤੁਸੀਂ ਉਹਨੂੰ ਉਸਤਾਦ ਸਮਝਦੇ ਹੋ ਜਾਂ ਇਹਦਾ ਤਰੀਕੇਕਾਰ ਹੁੰਦਾ ਸੀ? ਇਹਦੀ ਚਟਾਈ ਦੇਣੀ ਪੈਂਦੀ। ਚਟਾਈ ਮਤਲਬ? ਚਟਾਈ ਪੈਸੇ ਦੇਣੇ ਪੈਂਦੇ ਨੇ। ਉਹਦੀ ਚਟਾਈ 550 ਰੁਪਏ ਔਰ ਮਠਿਆਈ ਸਾਰੀਆਂ ਆਉਂਦੀਆਂ ਨੇ, ਸਹੇਲੀਆਂ ਵਗੈਰਾ ਤੇ ਚੂੜੀਆਂ ਪਾਉਂਦੀਆਂ ਨੇ ਤੇ ਔਰ ਨਾਮ ਸ਼ਨਾਮ ਦਿੰਦੀਆਂ ਨੇ। ਅੱਛਾ ਮਤਲਬ ਇਸ ਤਰੀਕੇ ਜਿਵੇਂ ਇੱਕ ਰਸਮ ਹੁੰਦੀ ਜਿਵੇਂ ਮੁੰਨੇ ਦੇ ਖਤਨੇ ਹੁੰਦੇ ਨੇ ਜਾਂ ਇਸ ਤਰੀਕੇ ਦਾ ਕੋਈ ਇੱਕ ਸਿਸਟਮ ਹੁੰਦਾ ਹੈ? ਹਾਂ ਇਸ ਤਰ੍ਹਾਂ ਸਿਸਟਮ ਹੁੰਦਾ ਹੈ, ਰਸਮ ਹੁੰਦੀ ਹੈ ਔਰ ਰਸਮ ਰਵਾਇਤ ਸਾਰੀਆਂ ਸਹੇਲੀਆਂ ਆ ਕੇ ਉਹ ਰਸਮ ਪੂਰੀ ਕਰਦੀ। ਅੱਛਾ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ, ਇਹ ਜਿਹੜੀ ਮਤਲਬ ਖਾਜਾ ਸਰਾ ਦੀ ਫੀਲਡ ਹੈ ਇਹਦੇ ਵਿੱਚ ਕੋਈ ਉਮਰ ਦਾ ਵੀ ਤਕਾਜ਼ਾ ਹੁੰਦਾ ਹੈ ਕਿ ਇੱਕ ਗੁਰੂ ਕਹਿੰਦਾ ਕਿ ਭਾਈ ਇਸ ਲੈਵਲ ਤੋਂ ਜਾਂ ਇਸ ਉਮਰ ਤੱਕ ਮੈਂ ਆਪਣੇ ਜਿਹੜੇ ਨੇ ਚੇਲੇ ਬਣਾਉਣੇ ਨੇ ਜਾਂ ਇਸ ਉਮਰ ਤੋਂ ਜ਼ਿਆਦਾ ਓਵਰ ਹੋ ਗਿਆ ਨੇ ਤੇ ਮੇਰਾ ਉਹ ਚੇਲਾ ਨਹੀਂ ਹੈ? ਨਹੀਂ ਇਹ ਮਸਲਾ ਨਹੀਂ ਹੈਗਾ, ਇਹ ਮਸਲਾ ਨਹੀਂ ਹੈਗਾ। ਔਰ ਗੁਰੂ ਉਹ ਹੁੰਦਾ ਕਿ ਵੱਡਾ ਹੁੰਦਾ ਹੈ, ਸਾਰਿਆਂ ਨੂੰ ਇੱਜ਼ਤ ਦਿੰਦਾ ਹੈ, ਸਾਰਿਆਂ ਨੂੰ ਸੰਭਾਲਦਾ ਹੈ ਔਰ ਸਾਰਿਆਂ ਨੂੰ ਕਵਰ ਕਰਦਾ ਹੈ। ਅੱਛਾ ਮੈਨੂੰ ਇਹ ਦੱਸੋ ਵੀ ਜਦੋਂ ਮਤਲਬ ਤੁਸੀਂ ਕਿਸੇ ਫੰਕਸ਼ਨ ਤੇ ਜਾਂਦੇ ਹੋ ਜਾਂ ਕਿਸੇ ਜਗ੍ਹਾ ਤੇ ਤੁਹਾਨੂੰ ਬੁਲਾਇਆ ਜਾਂਦਾ ਹੈ, ਉਹ ਗੁਰੂ ਦੀ ਮਸ਼ਾਵਰਤ ਵਿੱਚ ਸ਼ਾਮਲ ਹੁੰਦੀ ਜਾਂ ਤੁਸੀਂ ਆਪਣੇ ਤੌਰ ਤੇ ਵੀ ਕੋਈ ਬੁਕਿੰਗ ਸ਼ੁਕਿੰਗ ਕਰ ਸਕਦੇ ਹੋ? ਆਪਣੇ ਤੌਰ ਤੇ ਬੁਕਿੰਗ ਸ਼ੁਕਿੰਗ ਕਰ ਸਕਦੇ ਹਾਂ ਔਰ ਕੋਈ ਸਹੇਲੀਆਂ ਨੇ ਬੁਕਿੰਗ ਕੀਤੀ ਹੋਵੇ ਤੇ ਫਿਰ ਅਸੀਂ ਜਾ ਕੇ ਉਹ ਡਾਂਸ ਕਰਨਾ ਹੁੰਦਾ ਉੱਤੇ ਪੂਰੇ ਉਤਰਨਾ ਹੁੰਦਾ। ਅੱਛਾ ਮੈਨੂੰ ਇਹ ਦੱਸੋ ਵੀ ਜਿਹੜਾ ਅੱਲਾ ਨਾ ਕਰੇ ਬਾਜ਼ੂਕਾਤ ਮਾਮਲਾਤ ਹੋ ਜਾਂਦੇ ਨੇ ਕਿ ਤੁਸੀਂ ਇੱਕ ਫੰਕਸ਼ਨ ਤੇ ਗਏ ਹੋ ਤੇ ਗੁਰੂ ਦੀ ਮਸ਼ਾਵਰਤ ਨਾਲ ਗਏ ਹੋ, ਅਗਰ ਉੱਥੇ ਤੁਹਾਡੇ ਨਾਲ ਕੋਈ ਮਸਲਾ ਮਸਾਇਲ ਪੇਸ਼ ਆ ਜਾਂਦਾ, ਤੁਹਾਨੂੰ ਕੋਈ ਚੁੱਕ ਕੇ ਲੈ ਜਾਂਦਾ ਜਾਂ ਕੋਈ ਮਾਮਲਾ ਤੁਹਾਡੇ ਨਾਲ ਹੋ ਜਾਂਦਾ ਗੈਰ ਸੰਜੀਦਾ, ਉਸ ਦੌਰਾਨ ਗੁਰੂ ਦੀ ਕੀ ਜ਼ਿੰਮੇਵਾਰੀ ਹੁੰਦੀ? ਕਿ ਨਾਲ ਜਾਂਦੇ ਨੂੰ ਜ਼ਿੰਮੇਦਾਰੀ ਉਠਾ ਕੇ ਜਾਂਦੇ ਨੇ ਨਾਲ। ਨਹੀਂ ਮੈਂ ਗੁਰੂ ਦਾ ਇੱਕ ਪੁੱਛਣਾ ਚਾਹੁੰਦਾ ਵੀ ਗੁਰੂ ਦੀ ਕੀ ਜ਼ਿੰਮੇਵਾਰੀ ਆ ਕਿ ਆਇਆ ਕਿ ਉਹ ਸਿਰਫ ਇੱਕ ਨਾਂ ਦੀ ਹੱਦ ਤੱਕ ਹੈ ਕਿ ਉਹ ਸਿਰਫ ਤੁਹਾਡਾ ਉਸਤਾਦ ਹੈ ਜਾਂ ਗੁਰੂ ਹੈ, ਜਾਂ ਮਤਲਬ ਕਿ ਤੁਹਾਡੇ ਨਾਲ ਕੋਈ ਮਸਲਾ ਹੋ ਗਿਆ, ਜ਼ਾਹਰੀ ਗੱਲ ਹੈ ਤੁਹਾਡੇ ਪੇਰੈਂਟਸ ਜਾਂ ਤੁਹਾਡੇ ਜਿਹੜੇ ਐਲੋ ਯਾਲ ਨੇ ਉਹ ਤੁਹਾਡੇ ਮਗਰ ਨਹੀਂ ਆਉਣਗੇ, ਲੇਕਿਨ ਜਿਹੜੇ ਗੁਰੂ ਦੀ ਕੀ ਜ਼ਿੰਮੇਵਾਰੀ ਹੈ ਕਿ ਤੁਹਾਨੂੰ ਤੁਹਾਡੇ ਮਗਰ ਪਹੁੰਚੇਗਾ ਜਾਂ ਸਿਰਫ ਇੱਕ ਨਾਂ ਦੀ ਹੱਦ ਤੱਕ ਹੈ? ਨਾਂ ਦੀ ਹੱਦ ਤੱਕ ਨਹੀਂ, ਸਾਰੀ ਪਰੇਸ਼ਾਨੀਆਂ ਉਹਨੂੰ ਹੀ ਹੁੰਦੀਆਂ ਨੇ। ਮੇਰੀ ਬੱਚੀ ਹਾਲੇ ਆਈ ਨਹੀਂ ਗੀ ਤੇ ਹੋਰ ਕਿੰਨੀ ਦੇਰ ਹੋ ਗਈ ਹੈ, ਕਿਸ ਤਰ੍ਹਾਂ ਸਾਰੇ ਫੋਨ ਕਰਨੇ ਹੁੰਦੇ ਨੇ ਉਹਨੇ। ਅੱਛਾ ਮੈਨੂੰ ਇਹ ਦੱਸੋ ਵੀ ਜਿਹੜਾ ਇੱਕ ਗੁਰੂ ਹੁੰਦਾ ਉਹ ਮਤਲਬ ਓਵਰ ਏਜ ਹੁੰਦਾ ਹੈ, ਉਹਦੇ ਜਿਹੜੇ ਮਤਲਬ ਜਿਹੜਾ ਤੁਸੀਂ ਫੰਕਸ਼ਨ ਤੋਂ ਕੁਝ ਇਕੱਠਾ ਕਰਦੇ ਹੋ ਜਾਂ ਪੈਸੇ ਲੈ ਕੇ ਆਉਂਦੇ ਹੋ, ਉਹਦੇ ਵਿੱਚ ਗੁਰੂ ਦੀ ਕਿੰਨੀ ਪਰਸੈਂਟੇਜ ਹੁੰਦੀ ਜਾਂ ਉਹ ਕਿੰਨਾ ਹਿੱਸਾ ਲੈਂਦਾ? ਉਹ ਸਾਰੇ ਵੱਖਰਾ ਵੰਡੀ ਦਾ। ਵੱਖਰੇ ਤੋਂ ਮੁਰਾਦ ਕੀ ਹੁੰਦਾ? ਸਾਰਿਆਂ ਨੂੰ ਆਫ ਕਰੀਦਾ ਸਾਰਿਆਂ ਨੂੰ। ਮਤਲਬ ਤੁਸੀਂ ਗਏ ਹੋ ਉੱਥੇ ਤੇ 6ਵਾਂ ਗੁਰੂ ਦਾ ਲਹਿਦਾ ਹਿੱਸਾ ਨਿਕਲੇਗਾ? ਹਾਂ ਸਾਰੇ ਕਿੰਨੇ ਜਣੇ ਜਾਵਾਂਗੇ ਉਹਨਾਂ ਦੇ ਸਾਰੇ ਤਕਸੀਮ ਹੋ ਜਾਏਗੀ ਔਰ ਮਸਜਿਦ ਦੇ ਲਹਿਦਾ ਪੈਸੇ ਰੱਖ ਦਿੱਤੇ ਜਾਣ। ਅੱਛਾ ਮਸਜਿਦ ਦੇ ਵੀ ਵਿੱਚ ਤੁਸੀਂ ਹਿੱਸਾ ਕੱਢਦੇ ਹੋ? ਮਸਜਿਦ ਦਾ ਕਿੰਨਵਾਂ ਹਿੱਸਾ ਕੱਢਦੇ ਹੋ? ਤਕਰੀਬਨ 200 ਰੁਪਏ ਜ਼ਿਆਦਾ ਪੈਸਿਆਂ 'ਚ 200 ਦੇ ਕੱਢ ਦਿੱਤੇ, ਕਿਸੇ 500 ਵੀ ਕੱਢ ਸਕਦੇ। ਅੱਛਾ ਮੈਨੂੰ ਇਹ ਦੱਸੋ ਵੀ ਮਤਲਬ ਤੁਹਾਨੂੰ ਇੱਕ ਡਾਂਸ ਦਾ ਸ਼ੌਕ ਹੈ ਜਾਂ ਇਸ ਤੋਂ ਇਲਾਵਾ ਵੀ ਕੋਈ ਸ਼ੌਕ ਹੁੰਦੇ ਨੇ? ਸਾਰੇ ਸ਼ੌਕ ਹੁੰਦੇ ਨੇ, ਕੰਮ ਕਰਨ ਦੇ ਵੀ, ਡਾਂਸ ਕਰਨ ਦੇ ਵੀ। ਕੰਮ ਤੋਂ ਮੁਰਾਦ ਕੀ ਹੈ? ਡਾਂਸ ਜ਼ਿਆਦਾ ਤਾਂ ਡਾਂਸਰ ਕਰਨ ਦਾ ਸ਼ੌਂਕ ਹੁੰਦਾ, ਫੰਕਸ਼ਨ ਕਰਨ ਦਾ ਔਰ ਸਾਰਾ ਘੁੰਮਣ। ਇੱਕ ਮੇਲ ਹੈ ਠੀਕ ਹੈ, ਉਹ ਖਵਾਜਾ ਸਰਾ ਦੀ ਫੀਲਡ ਨਾਲ ਹੁੰਦਾ ਕੋਈ ਤਲਕ ਨਹੀਂ, ਉਹ ਜਦੋਂ ਮਤਲਬ ਤੁਹਾਡੀ ਉਹਦੇ ਨਾਲ ਦੋਸਤੀ ਹੁੰਦੀ ਉਹਦਾ ਮਤਲਬ ਤੁਹਾਡੀ ਉਹ ਪਕੀਦਾ ਦੋਸਤੀ ਹੁੰਦੀ ਜਾਂ ਉਹਦੇ ਵਿੱਚ ਵੀ ਕੋਈ ਲੈਣ ਦੇਣ ਹੁੰਦਾ? ਉਹਦੇ 'ਚ ਕਹਿੰਦੇ ਨੇ ਗਿਰੀਆ ਰੱਖੀਦਾ। ਗਿਰੀਏ ਤੋਂ ਮੁਰਾਦ ਕੀ ਹੈ? ਕਿਵੇਂ ਔਰਤਾਂ ਬੰਦਾ ਹੁੰਦਾ ਔਰਤਾਂ ਦਾ, ਇਸੇ ਤਰ੍ਹਾਂ ਬੰਦਾ ਰੱਖੀਦਾ। ਉਹਦਾ ਕੋਈ ਪ੍ਰੋਪਰ ਤੁਹਾਡਾ ਕੋਈ ਨਿਕਾਹ ਵਗੈਰਾ ਹੁੰਦਾ ਹੈ ਜਾਂ ਕੋਈ ਤੁਹਾਡਾ ਕੋਈ ਸਟਾਮ ਵਗੈਰਾ ਜਾਂ ਕੋਈ ਲਿਖ ਪੜ੍ਹ ਜਾਂ ਇੱਕ ਮੂੰਹ ਜ਼ਬਾਨੀ ਰਿਸ਼ਤਾ ਬਣਾਇਆ ਜਾਂਦਾ? ਸਾਰਾ ਸਟਾਮ ਹੁੰਦਾ ਔਰ ਸਹੇਲੀਆਂ ਨਾਲ ਮਠਿਆਈ ਵੰਡੀ ਜਾਂਦੀ ਹੈ। ਸਹੇਲੀਆਂ ਦੇ ਵਿੱਚ ਬਹਿ ਕੇ ਸਾਰੇ ਸਵਾਲ ਜਵਾਬ ਹੁੰਦੇ ਨੇ ਉਹਦੇ ਨਾਲ, ਉਹ ਮਠਿਆਈ ਵੰਡਦੇ, ਸਟਾਮ ਹੁੰਦਾ, ਸਾਰਾ ਕੁਝ ਕੱਪੜੇ ਵਰੀ ਸ਼ਰੀ ਸਾਰਾ ਕੁਝ ਲਿਆਂਦਾ। ਅੱਛਾ ਇਹਦੇ ਨਾਲ ਬਕਾਇਦਾ ਫਿਰ ਤੁਹਾਡਾ ਮਤਲਬ ਕੋਈ ਸ਼ਾਦੀ ਦਾ ਫੰਕਸ਼ਨ ਵੀ ਕੀਤਾ ਜਾਂਦਾ ਜਾਂ ਸਿਰਫ ਇੱਕ ਸਟਾਮ ਦੀ ਹੱਦ ਤੱਕ ਹੀ? ਸਾਰਾ ਸਟਾਮ ਦੀ ਹੱਦ ਤੱਕ ਔਰ ਸਾਰੇ ਸਵਾਲ ਜਵਾਬ ਹੁੰਦੇ। ਅੱਛਾ ਮੈਨੂੰ ਇਹ ਦੱਸ ਵੀ ਜਿਹੜਾ ਨਾ ਤੁਸੀਂ ਨਮਾਜ਼ ਜਾਂ ਰੋਜ਼ਾ ਜਾਂ ਹਜ ਜ਼ਕਾਤ ਇਹ ਸਾਰਾ ਸਿਸਟਮ ਕਰਦੇ, ਤੁਹਾਨੂੰ ਪ੍ਰੋਪਰ ਕੋਈ ਗਾਈਡਲਾਈਨ ਤੁਹਾਡਾ ਗੁਰੂ ਦਿੰਦਾ ਹੈ ਜਾਂ ਕਿਸੇ ਮੁਹੱਲੇ ਦੀ ਮਸਜਿਦ ਜਾਂ ਕਿਸੇ ਮੌਲਵੀ ਕੋਲ ਜਾਂਦੇ ਹੋ?
ਮੌਲਵੀ ਕੋਲ ਜਾਂਦੇ ਹਾਂ, ਨਮਾਜ਼ ਪੜ੍ਹਨੇ ਆ, ਕੁਰਾਨ ਪੜ੍ਹਨੇ ਆ, ਔਰ ਸਾਰੇ ਰੋਜ਼ੇ ਨਮਾਜ਼ਾਂ ਸਾਰਾ ਕੁਝ ਪੜ੍ਹਨੇ ਆ, ਔਰ ਜੁਮੇ 'ਚ ਹਦੀਸਾਂ ਵਗੈਰਾ ਬਿਆਨ ਹੁੰਦੀਆਂ ਨੇ, ਸਾਰਾ ਕੁਝ ਕਰਦੇ ਨੇ, ਇਸ ਤਰ੍ਹਾਂ ਅਸੀਂ ਸਮਝ ਕਰਨੇ। ਅੱਛਾ, ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਉਹ ਆਪਣਾ ਕਿਸੇ ਬੰਦੇ ਨਾਲ ਇੱਕ ਐਗਰੀਮੈਂਟ ਕਰਦੇ ਹੋ, ਸਟਾਮ ਵਗੈਰਾ ਹੁੰਦਾ ਹੈ, ਉਹਦੇ ਵਿੱਚ ਇਹ ਇਸਲਾਮ ਦੇ ਵਿੱਚ ਆਇਆ ਕਿ ਇਹ ਇਜਾਜ਼ਤ ਤਾਂ ਨਹੀਂ ਦਿੱਤੀ ਗਈ ਕਿ ਤੁਸੀਂ ਕਿਸੇ ਬੰਦੇ ਨਾਲ ਰਹਿ ਸਕਦੇ ਹੋ? ਨਹੀਂ, ਇਸਲਾਮ ਵਿੱਚ ਤਾਂ ਇਜਾਜ਼ਤ ਨਹੀਂ ਗੀ। ਔਰ ਵੈਸੇ ਵੀ ਅਸੀਂ ਦੋਸਤ ਬਣਾਉਂਦੇ ਹਾਂ, ਔਰ ਘਾਟਾ ਵਾਧਾ ਹੋ ਜਾਵੇ ਤਾਂ ਉਹਦਾ ਸਾਥ ਦੇਵੇ, ਔਰ ਕਿਧਰੇ ਮੁਸ਼ਕਿਲ ਵਕਤ 'ਚ ਪਹੁੰਚੇ ਮਗਰ ਸਾਡੇ, ਇਸ ਵਜ੍ਹਾ ਤੋਂ ਮਠਿਆਈ ਵਗੈਰਾ ਵੰਡੀ ਦੀ, ਹੋਰ ਮਸਲਾ ਨਹੀਂ ਹੈਗਾ। ਅੱਛਾ, ਮੈਨੂੰ ਇਹ ਦੱਸੋ ਵੀ ਜਿਹੜੇ ਕਿਸੇ ਵੀ ਫੰਕਸ਼ਨ 'ਤੇ ਤੁਸੀਂ ਚਲੇ ਜਾਂਦੇ ਹੋ, ਉੱਥੇ ਮਤਲਬ ਤੁਸੀਂ ਇੱਕ ਡਾਂਸ ਦੀ ਹੱਦ ਤੱਕ ਸਿਸਟਮ ਰਹਿੰਦਾ, ਜਾਂ ਇਸ ਤੋਂ ਇਲਾਵਾ ਵੀ ਕੋਈ ਮਤਲਬ ਕੋਈ ਗਲਤ ਹਰਕਤ ਲੋਕ ਕਰ ਲੈਂਦੇ ਨੇ? ਡਾਂਸ ਦੀ ਹੱਦ ਤੱਕ ਜਾਈਗਾ, ਔਰ ਗਲਤ ਕੰਮ ਵਾਸਤੇ ਨਹੀਂ ਜਾਈਦਾ। ਗਲਤ ਕੰਮ ਕਰਨਾ ਹੋਵੇ ਤੇ ਕਰੀ ਨਾ ਕਰ ਲਈ। ਅੱਛਾ, ਮੈਨੂੰ ਇਹ ਦੱਸੋ ਵੀ ਜਿਹੜਾ ਤੁਸੀਂ ਨਮਾਜ਼, ਰੋਜ਼ਾ, ਹਜ, ਜ਼ਕਾਤ ਸਾਰਾ ਸਿਸਟਮ ਕਰਦੇ ਹੋ, ਤੁਹਾਨੂੰ ਇਹ ਤੁਹਾਡਾ ਗੁਰੂ ਸਿਖਾਉਂਦਾ ਜਾਂ ਕੋਈ ਮਹੱਲੇ ਦੀ ਮਸਜਿਦ ਦਾ ਇਮਾਮ ਜਾਂ ਕੋਈ ਹੋਰ ਬੰਦਾ ਸਿਖਾਉਂਦਾ? ਗੁਰੂ ਸਿਖਾਉਂਦਾ ਹੈ, ਔਰ ਨਮਾਜ਼ਾਂ ਪੜ੍ਹੋ। ਅੱਲਾ ਨੂੰ ਜਾਨ ਸਾਰਿਆਂ ਨੇ ਦੇਣੀ ਹੈ ਨਾ, ਜਾਨ ਦੇਣੀ, ਔਰ ਮਸਜਿਦ 'ਤੇ ਜਾਈਦਾ, ਨਮਾਜ਼ਾਂ ਪੜ੍ਹੀ ਦੀਆਂ, ਰੋਜ਼ੇ ਰੱਖੇ ਨੇ, ਤਰਾਬੀਆਂ ਵਗੈਰਾ ਸਾਰਾ ਕੁਛ ਕਰੀਦਾ। ਇਬਾਦਤ ਕਰਨੀ ਹੈ, ਇਨਸਾਨ 'ਤੇ ਲਾਜਬ ਹੈ, ਫਰਜ਼ ਹੈ। ਨਮਾਜ਼ਾਂ ਵੀ ਪੜ੍ਹਨੀਆਂ ਫਰਜ਼ ਨੇ ਇਨਸਾਨ 'ਤੇ, ਫਿਰ ਸਾਰਾ ਕੁਛ ਇਸ ਵਜ੍ਹਾ ਤੋਂ ਅਸੀਂ ਕਰਨੇ ਆ। ਅੱਛਾ, ਮੈਨੂੰ ਇਹ ਦੱਸੋ ਵੀ ਤੁਸੀਂ ਨਮਾਜ਼ ਵੀ ਪੜ੍ਹਦੇ ਹੋ, ਰੋਜ਼ੇ ਵੀ ਰੱਖਦੇ ਹੋ, ਮਤਲਬ ਸਾਰੇ ਜਿਹੜੇ ਦੀਨ ਦੇ ਸਾਰੇ ਸਿਸਟਮ ਨੇ ਉਹਨੂੰ ਕਰਦੇ ਹੋ ਮੁਕੰਮਲ, ਲੇਕਿਨ ਜਿਹੜਾ ਤੁਸੀਂ ਕਿਸੇ ਬੰਦੇ ਨਾਲ ਐਗਰੀਮੈਂਟ ਕਰਕੇ ਉਹਦੇ ਨਾਲ ਰਹਿੰਦੇ ਹੋ, ਇਹ ਇਸਲਾਮ ਦੇ ਵਿੱਚ ਕਿਸ ਹੱਦ ਤੱਕ ਜਾਇਜ਼ ਹੈ? ਇਸਲਾਮ ਦੇ ਵਿੱਚ ਤਾਂ ਜਾਇਜ਼ ਨਹੀਂ ਹੈਗਾ। ਫਿਰ ਦੋਸਤੀ ਕਰਨਾ, ਫਿਰ ਇਸ ਮਾਮਲਾਤ ਹੁੰਦੇ ਨਾ, ਕੋਈ ਪਿੱਛੇ ਫੰਕਸ਼ਨ ਹੋਣਾ, ਕੋਈ ਮਾਮਲਾਤ ਹੋ ਨਾ ਜਾਣ, ਪਿੱਛੇ ਖਿਆਲ ਰੱਖਣਾ, ਔਰ ਥੋੜੀ ਜਿਹੀ ਜ਼ਰੂਰਤ ਪੈ ਜਾਂਦੀ ਕਿਸੇ ਚੀਜ਼ ਦੀ, ਔਰ ਕੰਮ ਪੂਰਾ ਕਰਦੇ। ਤੁਸੀਂ ਨਾਈਟ 'ਤੇ ਵੀ ਜਾਂਦੇ ਹੋ? ਨਾਈਟ 'ਤੇ ਨਹੀਂ ਜਾਂਦੇ। ਨਹੀਂ, ਮਤਲਬ ਕੋਈ ਡਾਂਸ ਵਗੈਰਾ ਦੇ ਕਿਸੇ ਫੰਕਸ਼ਨ 'ਤੇ? ਡਾਂਸ ਵਗੈਰਾ ਫੰਕਸ਼ਨ 'ਤੇ ਜਾਂਦੇ, ਔਰ ਕਿਸੇ ਗਲਤ ਪਾਸੇ ਨਹੀਂ ਜਾਂਦੇ। ਅੱਛਾ, ਮੈਨੂੰ ਇਹ ਦੱਸੋ ਵੀ ਤੁਸੀਂ ਅਗਰ ਕਿਸੇ ਪ੍ਰੋਗਰਾਮ 'ਤੇ ਜਾਂਦੇ ਹੋ, ਉਹਦੇ ਵਾਸਤੇ ਤੁਹਾਡਾ ਜਿਹੜਾ ਕੋਈ ਮੁਆਹਦਾ ਹੈ ਜਾਂ ਐਗਰੀਮੈਂਟ ਹੈ ਵੀ ਤੁਸੀਂ ਨਾਈਟ ਦੇ ਇੰਨੇ ਲੈ ਕੇ ਲੈਣੇ ਨੇ, ਜਾਂ ਉੱਥੇ ਜਿਹੜਾ ਸਿਸਟਮ ਹੁੰਦਾ ਉਹਨੂੰ ਹੀ ਤੁਸੀਂ ਮੈਨੇਜ ਕਰਨਾ ਹੁੰਦਾ? 500 ਜਾਂ 1000 ਜਾਂ 5000 ਬਿਆਨਾ ਲਈਦਾ। ਬਿਆਨਾ ਲੈ ਕੇ ਫਿਰ ਉਹ ਪੱਕਾ ਹੋ ਜਾਂਦਾ ਨਾ ਕੰਮ, ਕੋਈ ਘਾਟਾ ਵਾਧਾ ਨਹੀਂ ਕਰ ਸਕਦੇ। ਉਹਨਾਂ ਦਾ ਬਿਆਨਾ ਸਾਡੇ ਕੋਲ ਰਹਿ ਜਾਂਦਾ, ਫਿਰ ਉੱਥੇ ਜਾਈਏ ਜੇ ਉੱਤੋਂ ਹੋ ਜਾਣ ਪੈਸੇ, ਫਿਰ ਉਹ ਸਾਡੇ ਹੁੰਦੇ ਨੇ। ਫਿਰ ਕਿਹੜਾ ਦੁੱਲਾ ਹੁੰਦਾ, ਉਹਦੇ ਕੋਲ ਨਾਮ ਕਨਾਮ ਵੀ ਵਕਤੀ ਤੌਰ ਲੈਣਾ ਪੈਂਦਾ ਸਾਨੂੰ। ਅੱਛਾ, ਮੈਨੂੰ ਇਹ ਦੱਸੋ ਵੀ ਤੁਸੀਂ ਮਤਲਬ ਇੱਕ ਲਿਮਟ ਹੈ, ਉਮਰ ਦੀ ਇੱਕ ਹੱਦ ਹੁੰਦੀ ਹੈ, 30 ਸਾਲ 35 ਸਾਲ, ਤੁਸੀਂ ਇਹ ਫੰਕਸ਼ਨ ਜਿਹੜੇ ਨੇ ਕਿੰਨੀ ਉਮਰ ਤੱਕ ਤੁਸੀਂ ਕਰ ਸਕਦੇ ਹੋ ਈਜ਼ੀਲੀ? 40 ਸਾਲ ਦੀ ਕੀ ਫਿਰ ਅਵਰੇਜ ਹੋ ਜਾਵੇ ਤਾਂ ਫਿਰ ਫੰਕਸ਼ਨ ਹੀ ਨਾ ਹੁੰਦਾ। ਇਹ 40 ਸਾਲ ਤੱਕ ਜਿਸ ਤਰ੍ਹਾਂ ਜਵਾਨੀ ਹੈਗੀ ਉਸ ਤਰ੍ਹਾਂ ਜ਼ਿਆਦਾ ਫੰਕਸ਼ਨ ਕਰ ਸਕਦੇ ਹੋ। ਉਹ ਤੋਂ ਬਾਅਦ ਤੇ ਅਵਰੇਜ ਹੋ ਜਾਏ, ਫਿਰ ਆਪਣਾ ਟੁਰਨਾ ਫਿਰਨਾ, ਫਿਰ ਚੱਲਣਾ ਫਿਰਨਾ, ਤਬੀਅਤ ਖਰਾਬ ਅੱਛਾ, ਮੈਨੂੰ ਇਹ ਦੱਸੋ ਵੀ ਜਦੋਂ ਮਤਲਬ ਤੁਸੀਂ ਕਿਸੇ ਫੰਕਸ਼ਨ 'ਤੇ ਜਾਂਦੇ ਹੋ, ਜ਼ਾਹਰੀ ਗੱਲ ਹੈ ਕਿਤੇ ਕੋਈ ਤੁਹਾਡੇ ਰਿਲੇਟਿਵ, ਰਿਸ਼ਤੇਦਾਰ ਜਾਂ ਇਸ ਕਿਸਮ ਦੀ ਤੁਹਾਨੂੰ ਕੋਈ ਤਨਕੀਦ ਦਾ ਨਿਸ਼ਾਨਾ ਤਾਂ ਨਹੀਂ ਬਣਾਇਆ ਜਾਂਦਾ? ਬਹੁਤ ਜ਼ਿਆਦਾ ਲੜਦੇ ਨੇ, ਔਰ ਪਰੇਸ਼ਾਨੀ ਵੀ ਹੁੰਦੀ, ਘਰ ਵਾਲੇ ਕੁੱਟਦੇ ਵੀ ਨੇ, ਔਰ ਲੱਤਾਂ ਵੀ ਬੰਨ੍ਹਦੇ ਨੇ, ਬੜੇ ਮਾਮਲਾਤ ਹੁੰਦੇ ਨੇ, ਬੜੀ ਮੁਸ਼ਕਲਾਂ ਦੇ ਨਾਲ ਜਾਣਾ ਪੈਂਦਾ ਸਾਨੂੰ। ਤੁਹਾਨੂੰ ਕੀ ਲੱਗਦਾ ਕਿ ਜਿਹੜੀ ਇਹ ਫੀਲਡ ਹੈ ਜਾਂ ਇੱਕ ਆਮ ਜਿਹੜਾ ਇੱਕ ਇਨਸਾਨ ਹੈ, ਉਹ ਉਹਦੀ ਫੀਲਡ ਅਤੇ ਇਸ ਫੀਲਡ ਦਾ ਬੜਾ ਜ਼ਮੀਨ ਅਸਮਾਨ ਦਾ ਫਰਕ ਹੈ, ਬਦਨਾਮੀ ਇਹ ਉਹ ਸਾਰਾ ਸੀਨ ਹੈ, ਤੁਸੀਂ ਇਹ ਸਾਰੀਆਂ ਤਕਲੀਫਾਂ ਬਰਦਾਸ਼ਤ ਕਰਕੇ ਫਿਰ ਵੀ ਇਹਦੇ ਵਿੱਚ ਰਹਿਣ ਦਾ ਕੀ ਮਜ਼ਾ ਕੀ ਹੈ? ਸ਼ੌਂਕ ਹੁੰਦਾ, ਔਰ ਮਜਬੂਰੀ ਵੀ ਹੁੰਦੀ ਹੈ, ਔਰ ਮੁੰਡੇ ਵੀ ਗੱਲਾਂ ਕਰਦੇ ਨੇ, ਰੋਵਣ ਵੀ ਆਉਂਦਾ, ਕਈ ਦਫਾ ਰੋਈ ਵੀ ਜਾਈਦਾ, ਪਰੇਸ਼ਾਨੀ ਵੀ ਹੁੰਦੀ, ਤੇ ਫਿਰ ਮਜਬੂਰੀ ਇਸ ਫੀਲਡ 'ਚ ਰਹਿਣਾ ਪੈਂਦਾ ਹੈ। ਇਸ ਫੀਲਡ 'ਚ ਸ਼ੁਰੂ ਤੋਂ ਹੀ ਇਸ ਤਰ੍ਹਾਂ ਅੱਲਾਹ ਪਾਕ ਨੇ ਸਾਡਾ ਦਿਲ ਬਣਾਇਆ ਹੋਇਆ, ਤੇ ਇਸ ਤਰ੍ਹਾਂ ਫਿਰ ਰਹਿਣਾ ਪੈਂਦਾ ਹੈ, ਔਰ ਪਰੇਸ਼ਾਨੀਆਂ ਤੋਂ ਵੀ ਗੁਜ਼ਰਨਾ ਪੈਂਦਾ, ਪਰੇਸ਼ਾਨੀ ਦਾ ਸਾਹਮਣਾ ਕਰਨਾ। ਅੱਛਾ, ਤੁਸੀਂ ਨਿਕਲਦੇ ਹੋ ਜਦੋਂ ਬਾਹਰ ਫੀਲਡ 'ਚ ਜਾਂ ਕਿਸੇ ਬਾਜ਼ਾਰ ਦੇ ਵਿੱਚ, ਬਾਜ਼ ਕਤ ਜ਼ਹਿਰੀ ਗੱਲ ਹੈ, ਤੁਹਾਡਾ ਜਿਹੜਾ ਹੁਲੀਆ, ਤੁਹਾਡਾ ਸਿਸਟਮ ਹੈ, ਉਹਨੂੰ ਵੇਖ ਕੇ ਲੋਕ ਕੋਈ ਹੂਟਿੰਗ ਜਾਂ ਕੋਈ ਮਜ਼ਾਕ ਜਾਂ ਕੋਈ ਜੁਮਲੇ ਨਹੀਂ ਕੱਸਦੇ? ਅੱਜ ਕੱਲ੍ਹ ਮਾਸ਼ਰਾ ਖਰਾਬ ਹੈ ਨਾ, ਜੁਮਲੇ ਵੀ, ਕੋਈ ਕਹਿੰਦਾ ਫਲਾਣੀ ਖੁਸਰੀ ਚੱਲੀ, ਕੋਈ ਖੁਸਰਾ ਚੱਲਿਆ, ਕੋਈ ਕਿਸ ਤਰ੍ਹਾਂ ਕਹਿੰਦੇ ਨੇ, ਕੋਈ ਕਿਸ ਤਰ੍ਹਾਂ। ਬੱਚੇ ਅੱਜ ਕੱਲ੍ਹ ਬੜੇ ਸ਼ੈਤਾਨ। ਅੱਛਾ, ਮੈਨੂੰ ਇਹ ਦੱਸੋ, ਰੀਸੈਂਟਲੀ ਥੋੜ੍ਹੇ ਦਿਨ ਪਹਿਲੇ ਇੱਕ ਇੱਥੇ ਗੁਜਰਾ ਸ਼ਾਮ ਕੀਮ ਦੇ ਵਿੱਚ ਇੱਕ ਮੇਲਾ ਲੱਗਾ ਹੋਇਆ ਸੀ, ਉਹਦੇ ਵਿੱਚ ਇੱਕ ਖਵਾਜਾ ਸਰਾਂ ਨੂੰ ਕਿਸੇ ਬੰਦੇ ਨੇ ਆ ਕੇ ਗੋਲੀਆਂ ਮਾਰ ਦਿੱਤੀਆਂ। ਉਹ ਸ਼ਾਇਦ ਫੌਤ ਹੋ ਗਿਆ ਜਾਂ ਵੱਲਾ, ਉਹਦਾ ਕੋਈ ਪਤਾ ਨਹੀਂ, ਲੇਕਿਨ ਉਸ ਤੋਂ ਬਾਅਦ ਜਿਹੜਾ ਤੁਹਾਡੇ ਕੀ ਤਾਸਰਾਤ ਸਨ? ਸਾਡੇ ਐਸੀ ਪਰੇਸ਼ਾਨੀ ਹੁੰਦੀ ਹੈ, ਦੁੱਖ ਤਕਲੀਫ ਹੁੰਦੀ ਹੈ, ਸਾਨੂੰ ਵੀ ਕੁਛ ਇਸ ਮਾਮਲਾ ਨਾ ਹੋ ਜਾਵੇ, ਹਾਦਸਾ ਨਾ ਹੋ ਜਾਵੇ, ਔਰ ਫਿਰ ਮਜਬੂਰੀ ਖਾਤਰ ਅਸੀਂ ਰੋਜ਼ੀ ਰੋਟੀ ਤੇ ਕਮਾਉਣੀ ਹੈ, ਬਾਹਰ ਅੰਦਰ ਜਾਣਾ ਪੈਂਦਾ ਹੈ, ਔਰ ਡਰ ਵੀ ਬਹੁਤ ਜ਼ਿਆਦਾ। ਕਈ ਦਿਨ ਤਾਂ ਨੀਂਦ ਨਹੀਂ ਆਉਂਦੀ ਸੀ, ਉਹਦੇ ਇੰਨੀ ਸ਼ਦੀਦਾ ਹਾਲਾਤ ਨਾਲ
ਫਾਇਰਿੰਗ ਕੀਤੀ ਗਈ ਹੈ, ਗੱਡੀਆਂ ਤੇ ਆਏ ਨੇ, ਅਸੀਂ ਵੀ ਮੌਕੇ ਤੇ ਮੌਜੂਦ ਸੀ। ਔਰ ਡਰ ਲੱਗਦਾ ਹੈ ਤੇ ਉਹਦੇ ਮੂੰਹ 'ਚ ਕਿਸੇ ਪਾਣੀ ਵੀ ਨਹੀਂ ਪਾਇਆ ਤੇ ਮਾਮਲਾ ਕਈ ਬਣ ਜਾਂਦੇ ਨੇ। ਅੱਛਾ ਮੈਨੂੰ ਇਹ ਦੱਸੋ ਬਈ ਤੁਹਾਡੀ ਜ਼ਿੰਦਗੀ ਦੇ ਵਿੱਚ 16-17 ਸਾਲ ਦੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਸਭ ਤੋਂ ਜਿਹੜੀ ਅਹਿਮ ਤੇ ਇੰਪੋਰਟੈਂਟ ਜਿਹੜੀ ਗੱਲ ਸੀ ਜਿਹਨੇ ਤੁਹਾਨੂੰ ਦੁਖੀ ਕਰ ਦਿੱਤਾ ਹੋਵੇ ਉਹ ਕਿਹੜੀ ਸੀ? ਭਾਈ ਬਹਿਨ ਔਰ ਮਾਂ ਬਾਪ ਸਾਰਿਆਂ ਨੇ ਛੱਡ ਦਿੱਤਾ ਔਰ ਤਾਨੇ ਦਿੰਦੇ ਸੀ ਦੂਸਰਿਆਂ ਦੇ, ਗੁਰੂ ਦੇ, ਸਾਰੇ ਸਾਡੀ ਫੀਲਡ ਦੇ ਬੰਦਿਆਂ ਦੇ, ਰਿਸ਼ਤੇਦਾਰ ਵੀ ਸਾਰਿਆਂ ਨੇ ਸਾਨੂੰ ਕੰਡ ਕਰ ਦਿੱਤੀ ਹੈ। ਔਰ ਅਸੀਂ ਉਹਨਾਂ ਕੋਲ ਤੁਸੀਂ ਜਾਓ ਔਰ ਪਰੇਸ਼ਾਨੀਆਂ, ਤਾਨੇ ਕੁੱਟਦੇ ਮਾਰਦੇ ਸੀ ਤੇ ਇਸ ਵਜ੍ਹਾ ਤੋਂ ਅਸੀਂ ਪਰੇਸ਼ਾਨੀ ਇਹ ਹੁੰਦੀ ਇਕੱਲੇ ਬਹਿ ਕੇ ਰੋ ਲਈਦਾ। ਅੱਛਾ ਇਹ ਸੀ ਆਰਜ਼ੂ, ਇਹਨਾਂ ਦੇ ਜਜ਼ਬਾਤ ਸਨ ਕਿ ਇਸ ਫੀਲਡ ਦੇ ਵਿੱਚ ਕਿੰਨੇ ਮਾਮਲਾਤ ਹੁੰਦੇ ਨੇ, ਕਿਵੇਂ ਨਾਈਟ ਤੇ ਜਾਂਦੇ ਨੇ, ਕਿਵੇਂ ਫੰਕਸ਼ਨ ਕਰਦੇ ਨੇ, ਇਸ ਤੋਂ ਬਾਅਦ ਇਹਨਾਂ ਦੀ ਕੀ ਲਾਈਫ ਹੁੰਦੀ ਹੈ, ਦੀਨੀ ਲਿਹਾਜ਼ ਨਾਲ ਕੀ ਲਾਈਫ ਹੁੰਦੀ ਹੈ, ਮਰਨ ਤੋਂ ਬਾਅਦ ਇਹਨਾਂ ਦੇ ਕੀ ਮਾਮਲਾਤ ਹੁੰਦੇ ਨੇ, ਕਿਵੇਂ ਇਹਨਾਂ ਨੂੰ ਮਈਤ ਦਾ ਸਿਸਟਮ ਹੈ, ਮਰਨ ਤੋਂ ਬਾਅਦ ਇਹਨਾਂ ਨੂੰ ਕਬਰਸਤਾਨ ਕਿਵੇਂ ਦਫਨ ਕੀਤਾ ਜਾਂਦਾ, ਇਹ ਸਾਰੇ ਸਵਾਲ ਇਹਨਾਂ ਨਾਲ ਕੀਤੇ ਨੇ। ਇਸ ਦੇ ਨਾਲ ਹੀ ਆਪਣੇ ਵੀਰ ਭਰਾ ਨੂੰ ਦਿਓ ਇਜਾਜ਼ਤ, ਮਿਲਾਂਗੇ ਕਿਸੇ ਨਵੇਂ ਸਬਕ, ਨਵੀਂ ਕਹਾਣੀ ਦੇ ਨਾਲ। ਤਬ ਤੱਕ ਲਈ ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।